ਸਤਿ ਸ਼੍ਰੀ ਅਕਾਲ। ਫਾਸਟ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਜਸਮੀਤ ਕੌਰ ਤੇ ਬੁਲੇਟਿਨ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਨਜ਼ਰ ਪਾ ਲੈਂਦੇ ਹਾਂ ਇਸ ਬੁਲੇਟਿਨ ਦੀਆਂ ਹੈਡਲਾਈਨਸ ਤੇ। ਖੇਤੀ ਬਿੱਲਾਂ ਦੇ ਵਿਰੋਧ ਵਿੱਚ ਲਗਾਤਾਰ ਸੰਘਰਸ਼ ਦੀ ਰਾਹ ਦੇ ਉੱਤੇ ਕਿਸਾਨ। ਅੱਜ ਤੋਂ 26 ਸਤੰਬਰ ਤੱਕ ਕੀਤਾ ਜਾਵੇਗਾ ਰੇਲ ਰੋਕੋ ਅੰਦੋਲਨ। ਯਾਤਰੀਆਂ ਦੀ ਸੁਰੱਖਿਆ ਦੇ ਲਈ ਫਿਰੋਜ਼ਪੁਰ ਰੇਲਵੇ ਮੰਡਲ ਨੇ ਲਿਆ ਫੈਸਲਾ। 14 ਵਿਸ਼ੇਸ਼ ਟ੍ਰੇਨਾਂ ਕੀਤੀਆਂ ਗਈਆਂ ਰੱਦ। कोविड प्रबंधन ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੀਐਮ ਨੂੰ 200 ਕਰੋੜ ਤੁਰੰਤ ਜਾਰੀ ਕਰਨ ਦੀ ਕੀਤੀ ਮੰਗ। ਰਾਹਤ ਖਰਚ ਲਈ 35% ਹੱਦ ਹਟਾਉਣ ਦੀ ਵੀ ਕੀਤੀ ਅਪੀਲ। ਕਿਹਾ ਪਰਾਲੀ ਪ੍ਰਬੰਧਨ ਲਈ ਵੀ ਚੁੱਕੇ ਜਾਣ ਢੁਕਵੇਂ ਕਦਮ। ਜਲਦ ਭਰੀਆਂ ਜਾਣਗੀਆਂ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀਆਂ 8000 ਤੋਂ ਵੱਧ ਦੀਆਂ ਅਸਾਮੀਆਂ। ਚੰਡੀਗੜ੍ਹ ਦੇ ਵਿੱਚ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਪੰਜਾਬ ਕੈਬਨਿਟ ਦੀ ਬੈਠਕ। ਲਿਆ ਗਿਆ ਅਹਿਮ ਫੈਸਲਾ। ਵਿਜੀਲੈਂਸ ਕਮਿਸ਼ਨ ਬਣਾਉਣ ਦਾ ਵੀ ਐਲਾਨ। ਯਮੁਨਾਨਗਰ ਦੇ ਵਿੱਚ ਫਿਰ ਤੋਂ ਉੱਠੇ ਸੁਰੱਖਿਆ ਤੇ ਸਵਾਲ। ਨੌਜਵਾਨ ਨੇ ਘਰ ਦੇ ਵਿੱਚ ਦਾਖਲ ਹੋ ਕੇ ਮਹਿਲਾ ਦੀ ਕੀਤੀ ਬੁਰੀ ਤਰ੍ਹਾਂ ਕੁੱਟਮਾਰ। ਜ਼ਖਮੀ ਹਾਲਤ ਵਿੱਚ ਮਹਿਲਾ ਨੂੰ ਹਸਪਤਾਲ ਕਰਵਾਇਆ ਗਿਆ ਦਾਖਲ। ਕੁੱਟਮਾਰ ਦੀ ਲਾਈਵ ਤਸਵੀਰਾਂ ਵੀ ਆਈਆਂ ਸਾਹਮਣੇ। ਖੇਤੀ ਬਿੱਲਾਂ ਦੇ ਵਿਰੋਧ ਦੇ ਵਿੱਚ ਅਸਤੀਫਾ ਦੇਣ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਬਾਦਲ ਅਤੇ ਸਾਂਸਦ ਸੁਖਬੀਰ ਸਿੰਘ ਬਾਦਲ ਅੱਜ ਪਹੁੰਚਣਗੇ ਪੰਜਾਬ। ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਣਗੇ ਨਤਮਸਤਕ। ਅਕਾਲੀ ਲੀਡਰਸ਼ਿਪ ਦੇ ਵੱਲੋਂ ਕੀਤਾ ਜਾਵੇਗਾ ਭਰਵਾਂ ਸਵਾਗਤ। ਤੇ ਬੁਲੇਟਿਨ ਦਾ ਆਗਾਜ਼ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਖੇਤੀਬਾੜੀ ਬਿੱਲ ਨੂੰ ਲੈ ਕੇ। ਜਿਸ ਤਰ੍ਹਾਂ ਦੀ ਨਾਲ ਪ੍ਰਦਰਸ਼ਨ ਦੀ ਰਾਹ ਉੱਤੇ ਕਿਸਾਨ ਨੇ, ਉੱਥੇ ਹੀ ਦੱਸਦੀ ਕਿ ਪੰਜਾਬ ਦੇ ਵਿੱਚ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਕਿਸਾਨ ਥਾਂ ਤੇ ਧਰਨੇ ਦੇ ਕੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਨੇ। ਇਸ ਤਹਿਤ ਆਪਣਾ ਸੰਘਰਸ਼ ਤੇਜ਼ ਕਰਨ ਲਈ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਦੇ ਵਿੱਚ ਟ੍ਰੇਨਾਂ ਰੋਕਣ ਦਾ ਫੈਸਲਾ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਦੇ ਵੱਲੋਂ ਟ੍ਰੇਨਾਂ ਰੋਕ ਕੇ ਕੇਂਦਰ ਨੂੰ ਖੇਤੀ ਬਿੱਲ ਵਾਪਸ ਲੈਣ ਦੀ ਮੰਗ ਕੀਤੀ ਜਾਵੇਗੀ। ਇਸ ਦੌਰਾਨ ਇਹ ਵੀ ਦੱਸ ਦਈਏ ਕਿ ਕਿਸਾਨਾਂ ਦੇ ਵੱਲੋਂ ਅੰਮ੍ਰਿਤਸਰ, ਨਾਭਾ ਅਤੇ ਰਾਜਪੁਰਾ ਦੇ ਵਿੱਚ ਟ੍ਰੇਨਾਂ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ ਜਾਣਾ। ਸੋ ਖੇਤੀ ਬਿੱਲਾਂ ਦੇ ਵਿਰੋਧ ਦੇ ਵਿੱਚ ਲਗਾਤਾਰ ਸੰਘਰਸ਼ ਦੀ ਰਾਹ ਦੇ ਉੱਤੇ ਕਿਸਾਨ, ਖਾਸ ਤੌਰ ਤੇ ਪੰਜਾਬ ਦੇ ਵਿੱਚ ਇੱਕ ਵੱਡਾ ਜੋ ਅੰਦੋਲਨ ਦੇਖਣ ਨੂੰ ਮਿਲ ਰਿਹਾ ਹੈ। ਖੇਤੀ ਬਿੱਲਾਂ ਦੇ ਵਿਰੋਧ ਦੇ ਵਿੱਚ ਅੱਜ ਤੋਂ 26 ਸਤੰਬਰ ਤੱਕ ਰੇਲ ਰੋਕੋ ਅੰਦੋਲਨ ਮਿਥਿਆ ਗਿਆ ਹੈ। ਯਾਤਰੀਆਂ ਦੀ ਸੁਰੱਖਿਆ ਦੇ ਲਈ ਫਿਰੋਜ਼ਪੁਰ ਰੇਲਵੇ ਮੰਡਲ ਦੇ ਵੱਲੋਂ ਵੀ ਜਿਹੜਾ ਇੱਕ ਫੈਸਲਾ ਲਿਆ ਗਿਆ। ਉਹਨਾਂ ਵੱਲੋਂ 14 ਵਿਸ਼ੇਸ਼ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਅਤੇ ਇਹ ਅੰਦੋਲਨ ਕਿਸ ਤਰ੍ਹਾਂ ਦੇ ਨਾਲ ਨਿਪਰੇ ਚੜੇਗਾ, ਇਹ ਹੁਣ ਦੇਖਣ ਵਾਲੀ ਗੱਲ ਹੋਵੇਗੀ। ਤਾਂ ਉੱਥੇ ਦੱਸ ਦਈਏ ਖੇਤੀ ਬਿੱਲਾਂ ਦਾ ਵਿਰੋਧ ਲਗਾਤਾਰ ਹੋ ਰਿਹਾ ਪੰਜਾਬ ਦੇ ਵਿੱਚ। ਖਾਸ ਤੌਰ ਦੇ ਉੱਤੇ ਕਿਸਾਨ ਜਿਹੜੇ ਨੇ ਖੇਤੀ ਬਿੱਲ ਦੇ ਵਿਰੋਧ ਦੇ ਵਿੱਚ ਨੇ ਅਤੇ ਇਸ ਨੂੰ ਲੈ ਕੇ ਵੱਡੇ ਸਵਾਲ ਵੀ ਚੁੱਕੇ ਜਾ ਰਹੇ ਨੇ। ਜੇ ਗੱਲ ਕਰੀਏ ਤਾਂ ਪਾਰਲੀਮੈਂਟ ਦੇ ਵਿੱਚ ਵੀ, ਸੰਸਦ ਦੇ ਵਿੱਚ ਵੀ ਵਿਰੋਧੀਆਂ ਦੇ ਵੱਲੋਂ ਵੱਡੇ ਸਵਾਲ ਚੁੱਕੇ ਗਏ ਸਨ ਕਿ ਕਿਉਂ ਆਖਿਰਕਾਰ ਖੇਤੀ ਬਿੱਲ ਜਿਹੜੇ ਨੇ ਇਸੇ ਤਰ੍ਹਾਂ ਬਿਨਾਂ ਚਰਚਾ ਤੋਂ ਪਾਸ ਕੀਤੇ ਜਾ ਰਹੇ ਨੇ। ਤਾਂ ਇਸ ਚੀਜ਼ ਨੂੰ ਲੈ ਕੇ ਵਿਰੋਧੀ ਧਿਰਾਂ ਵੀ ਇਕਜੁੱਟ ਨਜ਼ਰ ਆ ਰਹੀਆਂ ਨੇ। ਉੱਥੇ ਹੀ ਕਿਸਾਨ ਸੰਘਰਸ਼ ਦੀ ਰਾਹ ਤੇ ਨੇ। ਅੰਮ੍ਰਿਤਸਰ ਤੋਂ ਸਾਡੇ ਸਹਿਯੋਗੀ ਪੱਤਰਕਾਰ ਸੁਖਚੈਨ ਸਾਗਰ ਇਸ ਵਕਤ ਸਾਡੇ ਨਾਲ ਲਾਈਵ ਜੁੜੇ ਹੋਏ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੁਖਚੈਨ, ਅੱਜ ਤੋਂ ਜਿਹੜਾ 26 ਤਰੀਕ ਤੱਕ ਰੇਲ ਰੋਕੋ ਅੰਦੋਲਨ ਦਾ ਐਲਾਨ ਜਿਹੜਾ ਕਿਸਾਨ ਜਥੇਬੰਦੀਆਂ ਵੱਲੋਂ, ਕਿਸਾਨਾਂ ਦੇ ਵੱਲੋਂ ਕੀਤਾ ਗਿਆ, ਉੱਥੇ ਦੱਸ ਦਈਏ ਕਿ 14 ਵਿਸ਼ੇਸ਼ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਨੇ। ਕਿਸ ਤਰ੍ਹਾਂ ਦੇ ਨਾਲ ਜਿਹੜਾ ਇਹ ਪ੍ਰੋਗਰਾਮ ਉਹ ਉਲੀਕਿਆ ਗਿਆ? ਰੇਲ ਰੋਕੂ ਅੰਦੋਲਨ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਆ ਅੱਜ 24 ਸਤੰਬਰ ਤੋਂ ਲੈ ਕੇ 26 ਸਤੰਬਰ ਤੱਕ ਕਿਸਾਨਾਂ ਵੱਲੋਂ ਜਿਹੜੀ ਐਲਾਨ ਕੀਤਾ ਗਿਆ ਕਿ ਰੇਲ ਰੋਕੂ ਅੰਦੋਲਨ ਦੀ ਸ਼ੁਰੂਆਤ ਕੀਤੀ ਜਾਏਗੀ ਅੱਜ ਤੋਂ। ਤਾਂ ਅੱਜ ਤੋਂ ਅਸੀਂ ਦੇਖ ਸਕਦੇ ਕਿ ਰੇਲ ਦੀਆਂ ਲਾਈਨਾਂ ਦੇ ਉੱਤੇ ਅਸੀਂ ਮੌਜੂਦ ਹਾਂ, ਜਿੱਥੇ ਕਿ ਹਰ ਫਾਟਕ ਖੁੱਲ੍ਹਾ ਨਜ਼ਰ ਆ ਰਿਹਾ। ਤਾਂ ਰੇਲ ਦੇ ਉੱਤੇ ਬਿਲਕੁਲ ਸੁਨਸਾਨ ਨਜ਼ਰ ਆ ਰਹੀ ਹੈ, ਕਿਉਂਕਿ ਅੱਜ ਦੇ ਦਿਨ ਇਹ ਤੋਂ ਪਹਿਲਾਂ ਕਿ ਯਾਤਰੀਆਂ ਨੂੰ ਕਿਸੇ ਤੰਗੀ ਦਾ ਸਾਹਮਣਾ ਕਰਨਾ ਪਵੇ, ਇਸ ਵਜ੍ਹਾ ਕਰਕੇ ਰੇਲਵੇ ਵਿਭਾਗ ਵੱਲੋਂ ਕਾਫੀ ਜਿਹੜੀਆਂ ਟ੍ਰੇਨਾਂ ਨੇ ਉਹ ਰੱਦ ਕਰ ਦਿੱਤੀਆਂ ਗਈਆਂ ਨੇ। ਤਾਂ ਨਾਲ ਦੇ ਨਾਲ ਯਾਤਰੀਆਂ ਦੀ ਜਿਹੜੀ ਉਹਨਾਂ ਦੀ ਸੁਰੱਖਿਆ ਨੂੰ ਪੁਖਤਾ ਰੱਖਦਿਆਂ ਹੋਇਆਂ ਉਹਨਾਂ ਵੱਲੋਂ ਖਾਸ ਕਰਕੇ ਜਿਹੜੇ ਐਲਾਨ ਕੀਤੇ ਗਏ ਕਿ ਇਹ ਟ੍ਰੇਨਾਂ ਜਿਹੜੀਆਂ ਰੱਦ ਹੋਣਗੀਆਂ। ਜੇਕਰ ਟ੍ਰੇਨਾਂ ਚੱਲਦੀਆਂ ਹੁੰਦੀਆਂ ਤਾਂ ਫਿਰ ਜਾਂ ਕਿਸਾਨਾਂ ਵੱਲੋਂ ਜਿਹੜੀਆਂ ਟ੍ਰੇਨਾਂ ਰੋਕੀ ਜਾਣੀਆਂ ਸੀ ਤਾਂ ਫਿਰ ਯਾਤਰੀਆਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਣਾ ਸੀ। ਪਰ ਹੁਣ ਜਿਹੜੀਆਂ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਤੇ ਜਾਣਕਾਰੀ ਵੀ ਅਸੀਂ ਦੇ ਦਿੰਦੇ ਹਾਂ ਕਿ ਅੰਮ੍ਰਿਤਸਰ ਤੋਂ ਮੁੰਬਈ ਸੈਂਟਰਲ
ਜਿਹੜੀ ਟ੍ਰੇਨ ਹੈ ਇੱਕ ਉਹ ਜਿਹੜੀ ਰੱਦ ਕੀਤੀ ਗਈ ਅੰਮ੍ਰਿਤਸਰ ਤੋਂ ਕੋਲਕਾਤਾ, ਅੰਮ੍ਰਿਤਸਰ ਤੋਂ ਨਿਊ ਜਲਪਾਈਗੁੜ, ਤਾਂ ਫਿਰ ਅੰਮ੍ਰਿਤਸਰ ਤੋਂ ਬਾਂਦਰਾ, ਅੰਮ੍ਰਿਤਸਰ ਤੋਂ ਹਜੂਰ ਸਾਹਿਬ, ਫਿਰ ਅੰਮ੍ਰਿਤਸਰ ਤੋਂ ਹਰਿਦੁਆਰ, ਅੰਮ੍ਰਿਤਸਰ ਤੋਂ ਜयनगर, ਅੰਮ੍ਰਿਤਸਰ ਤੋਂ ਜयनगर, ਫਿਰ जम्मू तवी, नई दिल्ली, फिर अमृतसर, डिबू, फिर फिरोजपुर कैंट, धनबाद, अमृतसर तो न्यू जलपाईगुड़ी, फिर अमृतसर तो जयनगर, तो फिर अमृतसर तो बांद्रा। ਇਹ ਟ੍ਰੇਨਾਂ ਜਿਹੜੀਆਂ ਨੇ ਉਹ ਰੱਦ ਕੀਤੀਆਂ। ਜਿਸ ਤਰ੍ਹਾਂ ਕਿ ਅਸੀਂ ਦਰਸ਼ਕਾਂ ਨੂੰ ਅਸੀਂ ਆਪਣਾ ਇਸ ਕਰਕੇ ਦੱਸ ਰਹੇ ਹਾਂ ਕਿ ਦਰਸ਼ਕਾਂ ਨੂੰ ਕੋਈ ਵੀ ਜਿਹੜੀ ਯਾਤਰੀ ਨੇ ਉਹਨਾਂ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਏ। ਤੇ ਅਸਲੇ ਪੁਲਿਸ ਵੀ ਹਰ ਫਾਟਕ ਦੇ ਉੱਤੇ ਤੈਨਾਤ ਕੀਤੀ ਗਈ ਹੈ, ਹਰ ਜਗ੍ਹਾ ਦੇ ਉੱਤੇ ਪੁਲਿਸ ਤੁਹਾਨੂੰ ਤੈਨਾਤ ਨਜ਼ਰ ਆਏਗੀ। ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਜੋੜਾ ਫਾਟਕ ਦੇ ਉੱਤੇ ਮੌਜੂਦ ਹਾਂ, ਜਿੱਥੇ ਕਿ ਦੋਨਾਂ ਪਾਸੇ ਹਮੇਸ਼ਾ ਹੀ ਫਾਟਕ ਕੋਈ ਨਾ ਕੋਈ ਬੰਦ ਹੁੰਦਾ ਸੀ, ਤਾਂ ਜਿਹਦੇ ਨਾਲ ਟ੍ਰੇਨਾਂ ਜਦੋਂ ਲੰਘਦੀਆਂ ਸਨ ਤੇ ਉੱਥੇ ਲੋਕਾਂ ਨੂੰ ਉੱਥੇ ਖੜਨਾ ਪੈਂਦਾ ਸੀ। ਪਰ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਦੋਨੇ ਫਾਟਕ ਖੁੱਲ੍ਹੇ ਨੇ, ਤਾਂ ਇੱਥੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਰੇਲਵੇ ਵਿਭਾਗ ਵੱਲੋਂ ਵੀ ਕਾਫੀ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਕਿ ਯਾਤਰੀ ਜਿਹੜੇ ਨੇ ਉਹਨਾਂ ਨੂੰ ਕਿਸੇ ਵੀ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਤਾਂ ਅੱਜ ਰੇਲ ਰੋਕੂ ਅੰਦੋਲਨ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਆ, ਤਾਂ ਉਹਦਾ ਵੀ ਅਸੀਂ ਵੇਰਵਾ ਤੋਂ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰ ਦਿੰਦੇ ਹਾਂ ਕਿ ਅੱਜ ਅੰਮ੍ਰਿਤਸਰ ਦੇ ਲਾਗੇ ਜੰਡਿਆਲਾ ਗੁਰੂ ਦੇ ਵਿੱਚ ਰੇਲ ਰੋਕੂ ਅੰਦੋਲਨ ਦੀ ਜਿਹੜੀ ਸ਼ੁਰੂਆਤ ਕੀਤੀ ਜਾਏਗੀ। ਤਾਂ ਵੱਡੀ ਗਿਣਤੀ ਦੇ ਵਿੱਚ ਉੱਥੇ ਕਿਸਾਨ ਜਥੇਬੰਦੀਆਂ ਪਹੁੰਚਣਗੀਆਂ ਤਾਂ ਵੱਡਾ ਹੁੰਗਾਰਾ ਜਿਹੜਾ ਸੀ ਉਹ ਦਿੱਤਾ ਗਿਆ ਹਰ ਇੱਕ ਵੱਲੋਂ। ਤਾਂ ਕੱਲ ਪੰਜਾਬ ਬੰਦ ਦੀ ਜਿਹੜਾ ਐਲਾਨ ਕੀਤਾ ਗਿਆ, ਤਾਂ ਉਹਦੇ ਵਿੱਚ ਵੱਖ-ਵੱਖ ਜਥੇਬੰਦੀਆਂ, ਵੱਖ-ਵੱਖ ਸਿਆਸੀ ਚਿਹਰੇ, ਇੱਥੋਂ ਤੱਕ ਕਿ ਜਿਹੜੇ ਪੰਜਾਬੀ ਸਿੰਗਰ ਨੇ ਉਹਨਾਂ ਵੱਲੋਂ ਵੀ ਹੁੰਗਾਰਾ ਦਿੱਤਾ ਗਿਆ ਕਿ ਪੰਜਾਬ ਨੂੰ ਪੂਰੇ ਤਰੀਕੇ ਦੇ ਨਾਲ ਬੰਦ ਕੀਤਾ ਜਾਵੇ, ਤਾਂ ਜੋ ਇਹ ਜਿਹੜਾ ਬਿੱਲ ਪਾਸ ਕੀਤਾ ਗਿਆ ਸੈਂਟਰ ਦੇ ਵਿੱਚ ਉਹ ਰੱਦ ਕਰਵਾਇਆ ਜਾਵੇ ਜਾਂ ਪੰਜਾਬ ਦੇ ਵਿੱਚ ਉਹਨੂੰ ਲਾਗੂ ਨਾ ਕਰਨ ਦਿੱਤਾ ਜਾਵੇ ਤੇ ਇਸ ਤਰ੍ਹਾਂ ਦਾ ਕੋਈ ਮਾਹੌਲ ਜਿਹੜਾ ਉਹ ਬਣਿਆ ਜਾਵੇ। ਪਰ ਫਿਰ ਵੀ ਕਿਤੇ ਨਾ ਕਿਤੇ ਸਰਕਾਰਾਂ ਵੱਲੋਂ, ਕੇਂਦਰ ਸਰਕਾਰ ਵੱਲੋਂ ਜਿਸ ਤਰ੍ਹਾਂ ਇਹ ਲਾਗੂ ਕਰ ਦਿੱਤਾ ਗਿਆ ਤਾਂ ਉਹਦੇ ਨਾਲ ਮੁਸ਼ਕਲ ਕਿਤੇ ਨਾ ਕਿਤੇ ਹਰ ਇੱਕ ਦੀ ਸਾਹਮਣੇ ਨਜ਼ਰ ਆ ਰਹੀ ਹੈ, ਕਿਉਂਕਿ ਜੇਕਰ ਕਿਸਾਨ ਭੁੱਖਾ ਰਹਿ ਰਿਹਾ, ਜੇਕਰ ਕਾਰੋਬਾਰ ਨਹੀਂ ਚੱਲੇਗਾ ਤੇ ਹਰ ਕਾਰੋਬਾਰ ਜਿਹੜਾ ਵਾ ਉਹ ਬੰਦ ਸਾਨੂੰ ਨਜ਼ਰ ਆਏਗਾ। ਤੇ ਜਿਸ ਵਜ੍ਹਾ ਕਰਕੇ ਹਰ ਕੋਈ ਸਿਰਫ ਤੇ ਸਿਰਫ ਇਹ ਚਾਹੁੰਦਾ ਹੈ ਕਿ ਪੰਜਾਬ ਦੇ ਵਿੱਚ ਇਹ ਜਿਹੜਾ ਬਿੱਲ ਹੈ ਉਹ ਪਾਸ ਨਾ ਕੀਤਾ ਜਾਵੇ, ਬਿੱਲ ਨੂੰ ਰੱਦ ਕੀਤਾ ਜਾਵੇ। ਪਰ ਹੁਣ ਬਿੱਲ ਜਿਸ ਤਰ੍ਹਾਂ ਪਾਸ ਹੋ ਚੁੱਕਿਆ ਤੇ ਹੁਣ ਅਗਲੇ ਸਟੈਪ ਜਿਹੜੇ ਉਹ ਸਰਕਾਰਾਂ ਵੱਲੋਂ ਕੀ ਚੁੱਕੇ ਜਾਣਗੇ ਉਹ ਦੇਖਣ ਵਾਲੀ ਗੱਲ ਹੋਏਗੀ। ਪਰ ਫਿਲਹਾਲ ਦੀ ਘੜੀ ਜੇ ਦੇਖਿਆ ਜਾਵੇ ਤਾਂ ਬਹੁਤ ਔਖਾ ਸਮਾਂ ਜਿਹੜਾ ਇਸ ਵੇਲੇ ਕਿਸਾਨਾਂ ਦਾ ਆ ਚੁੱਕਿਆ। ਸੁਖਚੈਨ ਜੀ, ਦੇਖਿਆ ਜਾਵੇ ਜਿਸ ਤਰ੍ਹਾਂ ਟ੍ਰੇਨਾਂ ਰੱਦ ਕੀਤੀਆਂ ਗਈਆਂ ਨੇ, ਇਹਦਾ ਮਤਲਬ ਅੰਦੋਲਨ ਨੂੰ ਕਿਤੇ ਨਾ ਕਿਤੇ ਫੇਲ ਕਰਨ ਦੀ ਵੀ ਜੋ ਕਵਾਇਦ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ, ਤਾਂ ਜੋ ਇਹ ਅੰਦੋਲਨ ਨੇਪਰੇ ਨਾ ਚੜ ਸਕੇ। ਤੇ ਇਸੇ ਚੀਜ਼ ਨੂੰ ਲੈ ਕੇ ਸ਼ਾਇਦ ਹੋ ਸਕਦਾ ਹੈ ਕਿ ਜਿਹੜੀਆਂ ਟ੍ਰੇਨਾਂ ਨੇ ਉਹ ਰੱਦ ਕਰ ਦਿੱਤੀਆਂ ਗਈਆਂ ਨੇ, ਕਿ ਤੇ ਹੋਰ ਕੋਈ ਰਣਨੀਤੀ ਵੀ ਕਿਸਾਨਾਂ ਦੇ ਵੱਲੋਂ ਬਣਾਈ ਜਾ ਸਕਦੀ ਹੈ ਕਿ ਜੇਕਰ ਟ੍ਰੇਨਾਂ ਅੱਜ ਕੈਂਸਲ ਕਰ ਦਿੱਤੀਆਂ ਗਈਆਂ ਨੇ ਤਾਂ ਉਹ ਹਾਈਵੇ ਜਾਮ ਕਰ ਸਕਦੇ ਨੇ। ਕੁਝ ਇਸ ਤਰ੍ਹਾਂ ਦੀ ਵੀ ਕੋਈ ਖਬਰ ਹੋ ਸਕਦੀ ਹੈ? ਕਿਸਾਨਾਂ ਵੱਲੋਂ ਹਰ ਉਹ ਉਪਰਾਲਾ ਕੀਤਾ ਜਾਏਗਾ। ਕਿਸਾਨ ਜਿਹੜੇ ਨੇ ਉਹਨਾਂ ਵੱਲੋਂ ਪਹਿਲਾਂ ਜੇ ਅਸੀਂ ਗੱਲ ਕਰੀਏ ਤਾਂ ਪਹਿਲਾਂ ਸੜਕਾਂ ਦੇ ਉੱਤੇ ਉਹਨਾਂ ਨੇ ਧਰਨੇ ਲਗਾਏ ਸੀ, ਪੁਤਲੇ ਫੂਕੇ ਸਨ ਸਰਕਾਰਾਂ ਦੇ ਵੀ ਕਿਤੇ ਨਾ ਕਿਤੇ ਸਰਕਾਰਾਂ ਤੱਕ ਉਹ ਗੱਲ ਪਹੁੰਚੇ। ਤਾਂ ਉਸ ਤੋਂ ਬਾਅਦ ਅਗਲਾ ਜਿਹੜਾ ਉਹਨਾਂ ਦਾ ਸਟੈਪ ਸੀ ਕਿ 7 ਸਤੰਬਰ ਨੂੰ ਉਹਨਾਂ ਨੇ ਜੇਲ੍ਹ ਭਰੋ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ, ਤਾਂ ਉਹ ਵੀ ਪੂਰਾ ਦਿਨ ਚੱਲਿਆ ਸੀ। ਤਾਂ ਉਸ ਤੋਂ ਬਾਅਦ ਉਹਨਾਂ ਵੱਲੋਂ ਜਦੋਂ ਉਹਨਾਂ ਨੂੰ ਲੱਗਾ ਸੀ ਕਿ ਕਿਸਾਨਾਂ ਨੂੰ ਕਿ ਕੋਈ ਹੱਲ ਨਹੀਂ ਹੁੰਦਾ ਪਿਆ, ਤਾਂ ਉਹਨਾਂ ਵੱਲੋਂ ਫਿਰ ਇੱਕ ਐਲਾਨ ਕੀਤਾ ਗਿਆ ਸੀ ਕਿ 24 ਸਤੰਬਰ ਨੂੰ ਅਸੀਂ ਰੇਲ ਰੋਕੂ ਅੰਦੋਲਨ ਦੀ ਜਿਹੜੀ ਸ਼ੁਰੂਆਤ ਕਰਾਂਗੇ, ਜਿਹੜਾ ਕਿ 26 ਸਤੰਬਰ ਤੱਕ ਚੱਲੇਗਾ। ਤਾਂ ਉਸ ਤੋਂ ਬਾਅਦ ਰਣਨੀਤੀ ਹੋਰ ਵੀ ਤੈਅ ਕੀਤੀ ਜਾਏਗੀ। ਜੇ ਅਜੇ ਵੀ ਸਰਕਾਰਾਂ ਦੇ ਕੰਨਾਂ ਥੱਲੇ ਜੂੰ ਨਾ ਸਟਕੀ ਤਾਂ ਫਿਰ ਉਸ ਤੋਂ ਬਾਅਦ ਹੋਰ ਰਣਨੀਤੀ ਤੈਅ ਕੀਤੀ ਜਾਏਗੀ। ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਕਿਸਾਨ ਜਿਹੜੇ ਹੁਣ ਸੜਕਾਂ ਦੇ ਉੱਤੇ, ਰੇਲਵੇ ਟਰੈਕਾਂ ਦੇ ਉੱਤੇ ਇਸ ਕਰਕੇ ਬੈਠ ਗਏ ਨੇ ਕਿ ਉਹਨਾਂ ਨੂੰ ਪਤਾ ਹੈ ਕਿ ਹੁਣ ਅਸੀਂ ਘਰ ਦੇ ਵਿੱਚ ਵੀ ਮਰੇ ਆ ਤੇ ਬਾਹਰ ਦੇ ਵਿੱਚ ਵੀ, ਤਾਂ ਅਸੀਂ ਹੁਣ ਆਪਣੀ ਗੱਲ ਜਿਹੜੀ ਆ ਮਨਾਵਾਂਗੇ। ਉਦੋਂ ਤੱਕ ਅਸੀਂ ਆਪਣੇ ਘਰ ਦੇ ਵਿੱਚ ਨਹੀਂ ਜਾਵਾਂਗੇ ਜਦੋਂ ਤੱਕ ਸਰਕਾਰਾਂ ਵੱਲੋਂ ਸਾਡੀਆਂ ਗੱਲਾਂ ਜਿਹੜੀਆਂ ਨੇ ਉਹ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ। ਜੀ ਸੁਖਚੈਨ, ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਲਈ, ਤੇ ਨਜ਼ਰ ਬਣਾਈ ਰੱਖੋ ਇਸ ਪੂਰੀ ਖਬਰ ਦੇ ਉੱਤੇ। ਤੇ ਫਿਲਹਾਲ ਜੇ ਗੱਲ ਕਰੀਏ ਤਾਂ ਖੇਤੀ ਬਿੱਲਾਂ ਨੂੰ ਲੈ ਕੇ ਜੋ ਕਿਸਾਨਾਂ ਦਾ ਸੰਘਰਸ਼ ਲਗਾਤਾਰ ਵੱਧ ਰਿਹਾ ਹੈ। ਅੱਜ ਤੋਂ 26 ਸਤੰਬਰ ਤੱਕ ਟ੍ਰੇਨਾਂ ਰੋਕਣ ਦਾ ਜਿਹੜਾ ਐਲਾਨ ਕੀਤਾ ਗਿਆ ਹੈ, ਤਾਂ ਇਹ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਅੱਜ ਤੋਂ 26 ਸਤੰਬਰ ਤੱਕ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਗਿਆ ਹੈ ਕਿਸਾਨਾਂ ਦੇ ਵੱਲੋਂ। ਅਤੇ ਉੱਥੇ ਦੱਸ ਦਈਏ ਕਿ ਫਿਰੋਜ਼ਪੁਰ ਰੇਲਵੇ ਮੰਡਲ ਦੇ ਵੱਲੋਂ ਜੋ ਫੈਸਲਾ ਲਿਆ ਗਿਆ ਹੈ ਉਸ ਦੇ ਵਿੱਚ 14 ਵਿਸ਼ੇਸ਼ ਟ੍ਰੇਨਾਂ ਜਿਹੜੀਆਂ ਨੇ ਉਹ ਰੱਦ ਕਰ ਦਿੱਤੀਆਂ ਗਈਆਂ ਨੇ। ਅਤੇ ਖੇਤੀ ਬਿੱਲਾਂ ਨੂੰ ਲੈ ਕੇ ਜੋ ਕਿਸਾਨ ਨੇ ਉਹ ਸੰਘਰਸ਼ ਦੀ ਰਾਹ 'ਤੇ ਉੱਤੇ ਨੇ, ਜਿਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਤੇ ਅੱਜ ਤੋਂ ਟ੍ਰੇਨਾਂ ਜਿਹੜੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਇਹਨਾਂ ਦਿਨਾਂ ਲਈ ਫਿਲਹਾਲ। ਤੇ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਇਹ ਵੱਡਾ ਫੈਸਲਾ ਲਿਆ ਗਿਆ ਹੈ। 14 ਵਿਸ਼ੇਸ਼ ਟ੍ਰੇਨਾਂ ਜਿਹੜੀਆਂ ਰੱਦ ਕੀਤੀਆਂ ਗਈਆਂ ਨੇ। भारत सरकार के द्वारा कृषि संबंधित जो 3 बिल पास किए गए हैं उसके विरोध में पंजाब में किसान यूनियन के द्वारा 3 दिन का रेल रोको आंदोलन किया जा रहा है। ऐसी परिस्थिति में जगह जगह व्यापक धरना प्रदर्शन की आशंका है
और इसके कारण रेल यात्रियों को असुविधा होने की संभावना है। इसको मद्देनज़र रखते हुए फिरोजपुर मंडल में जो कि कोविड के कारण बहुत ही सीमित संख्या में यात्री गाड़ियों का संचालन कर रहा है, उनको भी कल सुबह 6 बजे से उनका संचालन निरस्त कर दिया जाएगा, जिससे कि यात्रियों को अनावश्यक परेशानी का सामना ना करना पड़े तथा रेल की संपत्तियों को भी किसी भी प्रकार के नुकसान से बचाया जा सके। ਤੇ ਖੇਤੀਬਾੜੀ ਆਰਡੀਨੈਂਸ ਦੇ ਵਿਰੋਧ ਦੇ ਵਿੱਚ ਕੇਂਦਰੀ ਕੈਬਨਿਟ ਤੋਂ ਅਸਤੀਫਾ ਦੇਣ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਅਤੇ ਸਾਂਸਦ ਸੁਖਬੀਰ ਸਿੰਘ ਬਾਦਲ ਅੱਜ ਪੰਜਾਬ ਪਹੁੰਚਣਗੇ ਅਤੇ ਕਰੀਬ ਜੋ ਸਮਾਂ ਦੱਸਿਆ ਗਿਆ ਹੈ ਉਸ ਮੁਤਾਬਕ ਉਹ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਵੀ ਹੋਣਗੇ ਅਤੇ ਇਸ ਦੌਰਾਨ ਅਕਾਲੀ ਦਲ ਦੀ ਵੱਡੀ ਲੀਡਰਸ਼ਿਪ ਦੇ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਖੇਤੀ ਬਿੱਲਾਂ ਦੇ ਖਿਲਾਫ ਅਕਾਲੀ ਦਲ ਦੇ ਵੱਲੋਂ ਲਗਾਤਾਰ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਤੇ ਪਾਰਟੀ ਦਾ ਮੰਨਣਾ ਹੈ ਕਿ ਜਦੋਂ ਤੱਕ ਇਹ ਬਿੱਲ ਵਾਪਸ ਨਹੀਂ ਹੋ ਜਾਂਦੇ ਉਹਨਾਂ ਵੱਲੋਂ ਲਗਾਤਾਰ ਸੰਘਰਸ਼ ਜਾਰੀ ਰਹੇਗਾ। ਸਿਮਰਤ ਕੌਰ ਬਾਦਲ ਨੇ ਇਹਨਾਂ ਬਿੱਲਾਂ ਦੇ ਪਾਸ ਹੋਣ ਦੇ ਵਿਰੋਧ ਦੇ ਵਿੱਚ ਆਪਣਾ ਮੰਤਰੀ ਦਾ ਅਹੁਦਾ ਜਿਹੜਾ ਸੀ ਉਹ ਛੱਡ ਦਿੱਤਾ ਸੀ। ਸੋ ਕਿਸਾਨਾਂ ਦਾ ਜੋ ਵਿਰੋਧ ਹੈ ਉਹ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ। ਇਸ ਲਈ ਬਹੁਤ ਸਾਰੇ ਜਿਹੜੇ ਪ੍ਰਬੰਧ ਉਹ ਵੀ ਕੀਤੇ ਜਾ ਰਹੇ ਨੇ। ਬੰਦ ਨੂੰ ਸਫਲ ਬਣਾਉਣ ਦੇ ਲਈ ਕਿਸਾਨਾਂ ਨੇ ਸੰਗਰੂਰ ਦੇ ਬਾਜ਼ਾਰਾਂ ਦੇ ਵਿੱਚ ਇੱਕ ਰੋਸ ਮਾਰਚ ਕੱਢਿਆ। ਇਸ ਦੌਰਾਨ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਰੱਖਣ ਦੀ ਅਪੀਲ ਕੀਤੀ ਹੈ। ਦੁਕਾਨਦਾਰਾਂ ਨੇ ਇਸ ਮਾਮਲੇ ਦੇ ਵਿੱਚ ਕਿਸਾਨਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ। ਦਰਅਸਲ ਬਿੱਲਾਂ ਦੇ ਵਿਰੋਧ ਵਿੱਚ ਕਿਸਾਨਾਂ ਦੇ ਵੱਲੋਂ ਰੇਲ ਰੋਕੋ ਅੰਦੋਲਨ ਦੀ ਅੱਜ ਤੋਂ ਸ਼ੁਰੂਆਤ ਕੀਤੀ ਗਈ ਹੈ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਬਿੱਲ ਵਾਪਸ ਨਹੀਂ ਹੁੰਦਾ ਉਹ ਆਪਣਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਣਗੇ। ਦੂਜੇ ਪਾਸੇ ਤਲਵੰਡੀ ਸਾਬੋ ਦੇ ਵਿੱਚ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਸਮਾਜ ਦੇ ਹੋਰ ਵਰਗਾਂ ਨੇ ਵੀ ਸਾਥ ਦੇਣ ਦਾ ਐਲਾਨ ਕੀਤਾ। ਇਸ ਮੌਕੇ ਦੇ ਉੱਤੇ ਤਲਵੰਡੀ ਸਾਬੋ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਫੂਕਿਆ ਗਿਆ। ਇਸੇ ਤਰ੍ਹਾਂ ਰੂਪਨਗਰ ਦੇ ਵਿੱਚ ਕਈ ਥਾਈਂ ਖੇਤੀ ਬਿੱਲਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤੇ ਗਏ। ਸਿੱਖ ਸਟੂਡੈਂਟ ਫੈਡਰੇਸ਼ਨ ਨੇ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਖੜੇ ਨੇ ਅਤੇ ਕੇਂਦਰ ਸਰਕਾਰ ਦਾ ਉਦੋਂ ਤੱਕ ਵਿਰੋਧ ਜਾਰੀ ਰੱਖਿਆ ਜਾਵੇਗਾ ਜਦ ਤੱਕ ਬਿੱਲ ਵਾਪਸ ਨਹੀਂ ਲਏ ਜਾਂਦੇ। ਉਧਰ ਜੰਡਿਆਲਾ ਗੁਰੂ ਦੇ ਵਿੱਚ ਸੁਖਪਾਲ ਖਹਿਰਾ ਦੀ ਅਗਵਾਈ ਦੇ ਵਿੱਚ ਕਿਸਾਨਾਂ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਅਸੀਂ 25 ਦੇ ਬੰਦ ਬਾਰੇ ਜਿਹੜੇ ਦੁਕਾਨਦਾਰ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਨ ਆਇਆ ਬਈ ਭਰਾਵੋ ਜਿਹੜਾ ਬਾਜ਼ਾਰ ਹੈ ਇਹ ਕਿਸਾਨਾਂ ਦੇ ਨਾਲ ਹੈ। ਜੇ ਕਿਸਾਨ ਮਾਰੇਗਾ ਤਾਂ ਬਾਜ਼ਾਰ ਨਹੀਂ ਰਹਿਣਾ, ਕਿਉਂਕਿ ਜਿਹੜੀ ਸਰਕਾਰ ਨੇ 3 ਕਾਲੇ ਕਾਨੂੰਨ ਪਾਸ ਕਰਤੇ ਸੈਂਟਰ ਦੀ ਸਰਕਾਰ ਨੇ, ਉਹਨੇ ਕਿਸਾਨ ਨਹੀਂ ਛੱਡਣਾ ਹੈਗਾ, ਮਜ਼ਦੂਰ ਨਹੀਂ ਛੱਡਣਾ ਹੈਗਾ, ਕੋਈ ਛੋਟਾ ਵਪਾਰੀ ਨਹੀਂ ਛੱਡਣਾ ਹੈਗਾ, ਜਾਣੀ ਕਿ ਪੂਰੇ ਦੇਸ਼ ਦਾ ਮੜੀਆ ਮੇਟ ਕਰਨਾ ਹੈ। ਇਸ ਕਰਕੇ ਇਹਨਾਂ ਭਰਾਵਾਂ ਨੂੰ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਨ ਆਇਆ ਵੀ ਭਰਾਵੋ ਸਾਡੀ ਮਦਦ ਕਰੋ। ਪੰਜਾਬ ਦੀਆਂ ਜਿਹੜੇ ਸਾਰੀਆਂ ਕਿਸਾਨ ਜਥੇਬੰਦੀਆਂ ਆਪਣੀ 25 ਤਰੀਕ ਨੂੰ ਪੰਜਾਬ ਨੂੰ ਬੰਦ ਕਰਨ ਜਾਣੀਆਂ ਨੇ, ਉਹਨੂੰ ਆਪਾਂ ਨੇ ਬੰਦ ਕਰਨਾ ਹੈ। ਤੁਸੀਂ ਦੁਕਾਨਦਾਰ ਆਪਦੇ ਪੱਧਰ ਦੇ ਇਸ ਲੜਾਈ ਵਿੱਚ ਸ਼ਾਮਲ ਹੋ, ਤੁਸੀਂ ਆਪਦੇ ਪੱਧਰ ਦੇ ਆਪ ਮੋਰਚੇ ਲਾਓ। ਉਧਰ ਪੰਜਾਬੀ ਗਾਇਕਾਂ ਦੇ ਵੱਲੋਂ ਵੀ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ। ਇਸੇ ਦੇ ਤਹਿਤ ਜੇ ਗੱਲ ਕਰੀਏ ਤਾਂ ਹਰਜੀਤ ਹਰਮਨ ਜੋ ਕਿ ਪੰਜਾਬੀ ਗਾਇਕ ਨੇ, ਉਹਨਾਂ ਦੇ ਵੱਲੋਂ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਟਿਆਲਾ ਦੇ ਵਿੱਚ ਪੰਜਾਬੀ ਗਾਇਕ ਹਰਜੀਤ ਹਰਮਨ ਦੇ ਵੱਲੋਂ ਗਾਇਕ ਜਸਕਿਰਨ ਦਾ ਗੀਤ ਲਾਂਚ ਕੀਤਾ ਜਾ ਰਿਹਾ ਸੀ, ਜਿਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਉਹਨਾਂ ਨੇ ਕਿਹਾ ਕਿ ਉਹ ਖੇਤੀ ਬਿੱਲ ਦਾ ਵਿਰੋਧ ਕਰਦੇ ਨੇ। ਦੱਸ ਦਈਏ ਕਿ ਹਰਜੀਤ ਹਰਮਨ 25 ਤਰੀਕ ਨੂੰ ਕਿਸਾਨ ਧਰਨੇ ਦੇ ਵਿੱਚ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਨਜ਼ਰ ਆਉਣਗੇ ਅਤੇ ਉਹਨਾਂ ਦੇ ਵੱਲੋਂ ਪਟਿਆਲਾ ਦੇ ਵਿੱਚ ਚੱਲ ਰਹੇ ਕਿਸਾਨ ਧਰਨੇ ਦੇ ਵਿੱਚ ਵੀ ਸ਼ਿਰਕਤ ਕੀਤੀ ਗਈ ਸੀ। ਕੁਝ ਹੋਰ ਖਬਰਾਂ ਦੇ ਵੱਲ ਰੁਕ ਕਰ ਲੈਂਦੇ ਹਾਂ। ਯਮੁਨਾ ਨਗਰ ਤੋਂ ਖਬਰ ਹੈ ਜਿੱਥੇ ਕਿ ਇੱਕ ਵਾਰ ਫਿਰ ਤੋਂ ਸੁਰੱਖਿਆ ਤੇ ਵੱਡੇ ਸਵਾਲ ਖੜੇ ਹੁੰਦੇ ਨਜ਼ਰ ਆਏ ਨੇ। ਘਰ ਦੇ ਵਿੱਚ ਦਾਖਲ ਹੋ ਕੇ ਇੱਕ ਨੌਜਵਾਨ ਦੇ ਵੱਲੋਂ ਇੱਕ ਮਹਿਲਾ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ ਗਈ ਹੈ। ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ, ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਤਸਵੀਰਾਂ। ਨੌਜਵਾਨ ਦੇ ਵੱਲੋਂ ਮਹਿਲਾ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਦੱਸਿਆ ਜਾ ਰਿਹਾ ਗੁਆਂਢ ਦੇ ਵਿੱਚ ਰਹਿੰਦੇ ਹੋਏ ਹੀ ਨੌਜਵਾਨ ਤੇ ਇਹ ਇਲਜ਼ਾਮ ਲੱਗੇ ਨੇ। ਨਾਲ ਹੀ ਜਬਰ ਜਨਾਹ ਕਰਨ ਦੇ ਦੋਸ਼ ਜਿਹੜੇ ਲਗਾਏ ਗਏ ਨੇ। ਮਹਿਲਾ ਨੇ ਜਦੋਂ ਉੱਥੇ ਕਾਫੀ ਸ਼ੋਰ ਮਚਾਇਆ, ਉਸ ਤੋਂ ਬਾਅਦ
ਇਸ ਨੌਜਵਾਨ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਉਸ ਦੀ ਕੁੱਟਮਾਰ ਕੀਤੀ ਗਈ ਹੈ। ਯਮੁਨਾਨਗਰ ਦੇ ਕੈਂਪ ਇਲਾਕੇ ਦਾ ਇਹ ਮਾਮਲਾ ਹੈ। ਕੁੱਟਮਾਰ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ। ਘਰ ਦੇ ਵਿੱਚ ਦਾਖਲ ਹੋ ਕੇ ਇਸ ਨੌਜਵਾਨ ਦੇ ਵੱਲੋਂ, ਜੋ ਕਿ ਗੁਆਂਢੀ ਦੱਸਿਆ ਜਾ ਰਿਹਾ ਹੈ, ਮਹਿਲਾ ਦੀ ਕੁੱਟਮਾਰ ਕੀਤੀ गई है। सर मैं घर अकेली थी, पड़ोस का लड़का आया, बार बार गेट बजा रहा था, मैंने गेट नहीं खोला। मैं उसके बाद अंदर आई, उसने फिर हमारे गेट तोड़े हैं। मेरी गुड़िया ने आके गेट खोल दिया, उसने अंदर आके मेरे साथ बदतमीजी की, छेड़छाड़ की, मेरे साथ उसने गलत किया। उसके बाद मैं ज़ोर ज़ोर से चीखे मारती मारती मैं बाहर चली गई। ਤਾਂ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ, ਕਿਸ ਤਰ੍ਹਾਂ ਦੇ ਨਾਲ ਇੱਥੇ ਸੁਰੱਖਿਆ ਦੇ ਉੱਤੇ ਵੀ ਵੱਡੇ ਸਵਾਲ ਖੜੇ ਹੋ ਰਹੇ ਨੇ। ਗੁਆਂਢ ਦੇ ਵਿੱਚ ਰਹਿੰਦੇ ਹੋਏ ਨੌਜਵਾਨ ਦੇ ਵੱਲੋਂ ਇਸ ਤਰ੍ਹਾਂ ਦੇ ਨਾਲ ਇਹ ਕਾਰਾ ਕੀਤਾ ਗਿਆ ਅਤੇ ਇਸ ਮਹਿਲਾ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਜਬਰ ਜਨਾਹ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਤੇ ਕੁੱਟਮਾਰ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਜੋ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ, ਕਿਸ ਤਰ੍ਹਾਂ ਇਹ ਨੌਜਵਾਨ ਉੱਥੇ ਸ਼ਰੇਆਮ ਇਸ ਮਹਿਲਾ ਦੀ ਕੁੱਟਮਾਰ ਕਰਦਾ ਹੋਇਆ ਨਜ਼ਰ ਆਇਆ ਸੀ। ਤੇ ਸਾਬਕਾ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ ਨੇ ਰੂਪਨਗਰ ਦੇ ਵੱਖ-ਵੱਖ ਕਸਬਿਆਂ ਦੇ ਵਿੱਚ ਵਰਕਰਾਂ ਨਾਲ ਮੁਲਾਕਾਤ ਕੀਤੀ ਅਤੇ ਬੈਠਕ ਕੀਤੀ ਗਈ ਅਤੇ ਇਸ ਦੌਰਾਨ ਅਕਾਲੀ ਦਲ ਦੇ ਵੱਲੋਂ ਸੰਘਰਸ਼ ਅਤੇ ਕੁਰਬਾਨੀਆਂ ਭਰੀ ਜੋ ਉਹਨਾਂ ਦਾ ਇਤਿਹਾਸ ਰਿਹਾ ਹੈ ਉਸ ਬਾਬਤ ਚਰਚਾਵਾਂ ਕੀਤੀਆਂ ਗਈਆਂ। ਚੀਮਾ ਨੇ ਕਿਹਾ ਹੈ ਕਿ ਅਕਾਲੀ ਦਲ ਪੂਰੀ ਤਰ੍ਹਾਂ ਦੇ ਨਾਲ ਖੇਤੀ ਬਿੱਲ ਦੇ ਖਿਲਾਫ ਧਰਨੇ ਦੇਵੇਗਾ ਅਤੇ ਇਸ ਦੀ ਸ਼ੁਰੂਆਤ 25 ਸਤੰਬਰ ਤੋਂ ਕੀਤੀ ਜਾਣੀ ਹੈ। ਉਹਨਾਂ ਕਿਹਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ 27 ਸਤੰਬਰ ਨੂੰ ਰੂਪਨਗਰ ਪਹੁੰਚਣਗੇ। ਅੱਜ ਅਸੀਂ ਵਿਧਾਨ ਸਭਾ ਹਲਕਾ ਰੋਪੜ ਦੀ ਤੇ ਅਨੰਦਪੁਰ ਸਾਹਿਬ ਉਧਰ ਚਮਕੌਰ ਸਾਹਿਬ ਸਰਕਲ ਵਾਈਜ਼ ਜਿਹੜੀਆਂ ਪਾਰਟੀ ਵਰਕਰਾਂ ਦੀਆਂ ਮੀਟਿੰਗਾਂ ਕਰਕੇ 25 ਤਰੀਕ ਨੂੰ ਜਿਹੜਾ 3 ਘੰਟੇ ਦਾ ਚੱਕੇ ਜਾਮ ਦਾ ਪ੍ਰੋਗਰਾਮ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨੀ ਦੇ ਹੱਕਾਂ ਵਾਸਤੇ ਦਿੱਤਾ ਗਿਆ ਹੈ, ਉਹਦੀ ਕਾਮਯਾਬੀ ਵਾਸਤੇ ਵਰਕਰਾਂ ਨੂੰ ਲਾਮਬੰਦ ਕਰਨ ਵਾਸਤੇ ਅੱਜ 25 ਤਰੀਕ ਨੂੰ 11 ਵਜੇ ਤੋਂ ਲੈ ਕੇ 2 ਵਜੇ ਤੱਕ ਅਸੀਂ ਚੱਕਾ ਜਾਮ ਕਰਾਂਗੇ ਔਰ ਕੇਂਦਰ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕਿ ਜਿਹੜੇ ਤਿੰਨੇ ਹੀ ਕਾਨੂੰਨ ਹੈ ਜਿਹੜੇ ਕਿਸਾਨੀ ਦੇ ਵਿਰੁੱਧ ਹੈ ਇਹਨਾਂ ਨੂੰ ਵਾਪਸ ਔਰ ਮੈਨੂੰ ਸੰਤੁਸ਼ਟੀ ਹੈ ਕਿ ਸਾਰੇ ਹੀ ਵਰਕਰਾਂ ਦੇ ਮਨ ਦੇ ਵਿੱਚ ਇਸ ਗੱਲ ਨੂੰ ਲੈ ਕੇ ਬੜਾ ਵੱਡਾ ਉਤਸ਼ਾਹ ਹੈ। ਇੱਕ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਿਹੜੇ ਹੈ 27 ਤਰੀਕ ਨੂੰ 10 ਵਜੇ ਗੁਰਦੁਆਰਾ ਭੱਠਾ ਸਾਹਿਬ ਦੇ ਵਿੱਚ ਜ਼ਿਲ੍ਹੇ ਦੇ ਪਾਰਟੀ ਵਰਕਰ ਦੀ ਮੀਟਿੰਗ ਨੂੰ ਅਟੈਂਡ ਕਰਨ ਵਾਸਤੇ ਉਦੋਂ ਚੰਡੀਗੜ੍ਹ ਵਿਖੇ ਪੰਜਾਬ ਕੈਬਨਿਟ ਦੀ ਬੈਠਕ ਹੋਈ ਜਿਸ ਦੇ ਵਿੱਚ ਅਹਿਮ ਫੈਸਲੇ ਲਏ ਗਏ ਨੇ ਅਤੇ ਇਹ ਮੀਟਿੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਹੋਈ ਹੈ ਜਿਸ ਦੇ ਵਿੱਚ ਪੰਜਾਬ ਸਟੇਟ ਪੁਲਿਸ ਕਮਿਸ਼ਨ ਅਥਾਰਟੀ 2020 ਦੇ ਕਾਰਜ ਵਿਹਾਰ ਦੇ ਸੰਚਾਲਕ ਨਿਯਮਾਂ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਦੇ ਨਾਲ ਹੀ ਪੁਲਿਸ ਦੇ ਐਸਐਸਪੀ ਅਤੇ ਡਿਪਟੀ ਕਮਿਸ਼ਨਰ ਦੇ ਉੱਪਰਲੇ ਰੈਂਕ ਦੇ ਅਧਿਕਾਰੀਆਂ ਖਿਲਾਫ ਗੰਭੀਰ ਕਿਸਮ ਦੇ ਦੋਸ਼ਾਂ ਦੀ ਪੜਤਾਲ ਕੀਤੀ ਜਾ ਸਕੇ। ਇਸ ਨੂੰ ਲੈ ਕੇ ਸਰਕਾਰੀ ਵਿਭਾਗ ਦੇ ਕੰਮਕਾਜ ਦੀ ਨਿਗਰਾਨੀ ਤੇ ਭ੍ਰਿਸ਼ਟਾਚਾਰ ਖਤਮ ਕਰਨ ਲਈ ਵਿਜੀਲੈਂਸ ਕਮਿਸ਼ਨ ਦਾ ਗਠਨ ਕਰਨ ਦਾ ਐਲਾਨ ਕੀਤਾ ਗਿਆ। ਇਸ ਮੀਟਿੰਗ ਦੌਰਾਨ ਨਰਸਿੰਗ ਫੀਸਾਂ ਨੂੰ ਲੈ ਕੇ ਵੀ ਵੱਡਾ ਫੈਸਲਾ ਲਿਆ ਗਿਆ ਜਿਸ ਤਹਿਤ ਸਰਕਾਰੀ ਅਤੇ ਨਿੱਜੀ ਮੈਡੀਕਲ ਕਾਲਜ ਦੀਆਂ ਫੀਸਾਂ ਦੇ ਵਿੱਚ ਸੋਧ ਕੀਤੀ ਗਈ ਹੈ। 2020-21 ਦੇ ਸੈਸ਼ਨ ਤੋਂ ਨਵੀਆਂ ਫੀਸਾਂ ਲਾਗੂ ਕੀਤੀਆਂ ਜਾਣਗੀਆਂ। ਮੀਟਿੰਗ ਵਿੱਚ ਇਹ ਵੀ ਸਾਫ਼ ਕੀਤਾ ਗਿਆ ਕਿ ਅਧਿਆਪਕਾਂ ਦੀਆਂ 8000 ਤੋਂ ਵੱਧ ਦੀਆਂ ਭਰਤੀਆਂ ਪ੍ਰੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਕੀਤੀਆਂ ਜਾਣਗੀਆਂ ਤੇ ਵਲੰਟੀਅਰ ਦੇ ਤੌਰ ਤੇ ਸੇਵਾਵਾਂ ਦੇਣ ਵਾਲਿਆਂ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕਪੂਰਥਲਾ ਦੇ ਸਰਕਾਰੀ ਮੈਡੀਕਲ ਕਾਲਜ ਦਾ ਨਾਮ ਬਦਲ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਰੱਖਿਆ ਗਿਆ ਹੈ ਤੇ ਉੱਥੇ ਦਾ ਸੀ ਹੁਸ਼ਿਆਰਪੁਰ ਦੇ ਮੈਡੀਕਲ ਕਾਲਜ ਦਾ ਨਾਮ ਸ਼ਹੀਦ ਊਧਮ ਸਿੰਘ ਦੇ ਨਾਮ ਤੇ ਰੱਖਿਆ ਗਿਆ। ਉਦੋਂ ਮੋਹਾਲੀ ਪੁਲਿਸ ਦੇ ਵੱਲੋਂ ਮੋਹਾਲੀ ਦੇ ਵਿੱਚ ਲਗਾਤਾਰ ਵੱਧ ਰਹੀਆਂ ਚੋਰੀ ਅਤੇ ਲੁੱਟਮਾਰ ਦੀਆਂ ਘਟਨਾਵਾਂ ਦੇ ਉੱਤੇ ਕਾਬੂ ਪਾਉਣ ਦੇ ਲਈ ਵੱਖ-ਵੱਖ ਕਦਮ ਚੁੱਕੇ ਜਾ ਰਹੇ ਨੇ। ਮੋਹਾਲੀ ਪੁਲਿਸ ਦੇ ਵੱਲੋਂ ਕਮਿਊਨਿਟੀ ਪੁਲਿਸਿੰਗ ਦੇ ਤਹਿਤ ਸੇਫ ਮੋਹਾਲੀ ਪ੍ਰੋਜੈਕਟ ਦੇ ਉਦੇਸ਼ ਦੇ ਨਾਲ ਸਬ ਡਿਵੀਜ਼ਨ ਸਿਟੀ 1 ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ C+ ਕੈਮਰੇ ਲਗਾਉਣ ਦੀ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਸ਼ਹਿਰ ਦੇ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਮੋਹਾਲੀ 'ਚ ਬੇਸ਼ੱਕ ਅਪਰਾਧਕ ਵਾਰਦਾਤਾਂ ਰੋਕਣ ਲਈ ਲਗਾਤਾਰ ਪੁਲਿਸ ਵੱਲੋਂ ਯਤਨ ਕੀਤੇ ਜਾਂਦੇ ਨੇ ਪਰ ਹੁਣ ਪੁਲਿਸ ਵੱਲੋਂ ਲਗਾਤਾਰ ਇਸ ਤਰ੍ਹਾਂ ਜਿਹੜੇ ਅਪਰਾਧਕ ਵਾਰਦਾਤਾਂ ਤੇ ਕਾਬੂ ਕਰਨ ਲਈ ਇੱਕ CCTV ਕੈਮਰੇ ਜਿਹੜੇ ਇੰਸਟਾਲ ਕੀਤੇ ਗਏ ਨੇ। ਮੋਹਾਲੀ ਫੇਸ NIR ਵਿੰਗ ਦੇ ਵਿੱਚ ਇੱਥੇ DSP ਵੱਲੋਂ ਇੱਥੇ ਕੰਟਰੋਲ ਰੂਮ ਬਣਾਇਆ ਗਿਆ
ਵੱਡੀ ਹਾਈ ਟੈਕਨੋਲੋਜੀ ਜਿਹੜੇ ਕੈਮਰੇ ਨੇ ਤੇ ਆਮ ਤੌਰ ਤੇ ਦੇਖਿਆ ਗਿਆ ਕਿ ਇਹਦਾ ਮਕਸਦ ਇਹੀ ਆ ਕਿ ਲੋਕ ਆਪਣੇ ਆਪ ਨੂੰ ਜਿਹੜੇ ਸੇਫ ਸਮਝਣ, ਸੁਰੱਖਿਆ ਸਮਝਣ, ਕਿਉਂਕਿ ਲਗਾਤਾਰ ਜਿਹੜੀ ਆ ਪੁਲਿਸ ਤੇ ਵੀ ਕਈ ਤਰ੍ਹਾਂ ਦੀ ਜਿਹੜੀ ਉਂਗਲੀ ਉੱਠੀ ਆ ਜਾਂ ਕੋਈ ਹਾਦਸਾ ਹੁੰਦਾ ਉਹਦੇ ਵਿੱਚ ਵਾਹਨ ਜਿਹੜੇ ਨੇ ਕਈ ਵਾਰ ਨਹੀਂ ਜਿਹੜੇ ਪਤਾ ਲੱਗਦਾ ਉਹਨਾਂ ਦਾ ਨੰਬਰ, ਪਰ ਕਾਫੀ ਦੂਰ ਤੋਂ ਜਿਹੜਾ ਨੰਬਰ ਇਹ ਕੈਪਚਰ ਕਰ ਸਕਦੇ ਨੇ, ਜਿਸ ਤੇ ਕੋਈ ਹਾਦਸਾ ਕੋਈ ਜਿਹੜਾ ਪੁਆਇੰਟ ਤੇ ਕੋਈ ਹਾਦਸਾ ਹੁੰਦਾ ਉੱਥੇ ਕੈਪਚਰ ਕਰ ਸਕਣਗੇ। ਤੇ ਨਾਲ ਦੂਜਾ ਲੋਕ ਵੀ ਹੁਣ ਆਪਦੇ ਆਪ ਨੂੰ ਕਿਤੇ ਨਾ ਕਿਤੇ ਥੋੜਾ ਸੇਫ ਸਮਝਣ। ਆਮ ਤੌਰ ਤੇ ਦੇਖਿਆ ਗਿਆ ਕਿ ਮਾਰਕੀਟਾਂ ਦੇ ਵਿੱਚ ਕਾਫੀ ਜ਼ਿਆਦਾ ਹੁੱਲੜਬਾਜ਼ੀ ਵੀ ਹੁੰਦੀ ਆ, ਜਿਸ ਨੂੰ ਲੈ ਕੇ ਵੀ ਲਗਾਤਾਰ ਪੁਲਿਸ ਵੱਲੋਂ ਬੇਸ਼ੱਕ ਉੱਥੇ ਪੈਟਰੋਲਿੰਗ ਵੀ ਵਧਾਈ ਜਾਂਦੀ ਆ, ਪਰ ਜਦੋਂ ਇਸ ਤਰ੍ਹਾਂ ਦੇ ਜਦੋਂ ਕੈਮਰੇ ਲੱਗ ਜਾਣਗੇ ਤਾਂ ਹੋਰ ਲੱਗਦਾ ਵੀ ਲੋਕਾਂ ਦੇ ਜਿਹੜੇ ਹੋਰ ਉੱਥੇ ਅਪਰਾਧਕ ਕਿਸਮ ਦੇ ਲੋਕਾਂ ਵਿਅਕਤੀ ਹੋਣਗੇ ਉਹਨਾਂ 'ਚ ਵੀ ਜਿਹੜਾ ਖੌਫ ਨਜ਼ਰ ਆਊਗਾ। ਅਸੀਂ ਗੱਲਬਾਤ ਕਰਾਂਗੇ, ਸਾਡੇ ਨਾਲ ਗੁਰਸੇਵਕ ਸਿੰਘ ਸੰਧੂ ਨੇ, ਡੀਐਸਪੀ ਸਾਹਿਬ ਜਿਹੜੇ ਨਵੇਂ ਕੈਮਰੇ ਇੰਸਟਾਲ ਕੀਤੇ ਨੇ, ਕਿੰਨੇ ਕੈਮਰੇ ਨੇ ਤੇ ਮਕਸਦ ਕੀ ਇਹਨਾਂ ਦਾ? ਅਸੀਂ ਜੀ ਇੱਕ ਨਵਾਂ ਇਨੀਸ਼ੀਏਟਿਵ ਲਿਖਿਆ ਸੀਗਾ, ਸੇਫ ਮੋਹਾਲੀ ਪ੍ਰੋਜੈਕਟ। ਉਹਦੇ ਅਧੀਨ ਅਸੀਂ ਕਮਿਊਨਿਟੀ ਪੁਲਿਸਿੰਗ ਦੇ ਤਹਿਤ ਇੱਥੇ ਕੈਮਰਾਸ ਇੰਸਟਾਲ ਕਰਾ ਰਹੇ ਹਾਂ। ਇਹ ਨੈਕਸਟ ਜਨਰੇਸ਼ਨ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਲੇ ਕੈਮਰੇਸ ਨੇ ਜੀ, ਜਿਨ੍ਹਾਂ ਦੇ ਵਿੱਚ ਆਟੋਮੈਟਿਕਲੀ ਲੌਗ ਮੇਨਟੇਨ ਹੁੰਦਾ ਹੈ। ਇਹ ANPR ਕੈਮਰੇਸ ਨੇ, ਆਟੋਮੈਟਿਕ ਨੰਬਰ ਪਲੇਟ ਰੀਡਰ ਕੈਮਰਾਸ ਨੇ, CP+ ਕੰਪਨੀ ਹੈ ਇਹਦੀ। ਤੇ ਇਹਦੇ ਵਿੱਚ ਉਹਦਾ ਮੇਕ ਐਂਡ ਮਾਡਲ, ਸਪੀਡ, ਕਲਰ ਆਫ ਦਾ ਵਹੀਕਲ ਐਂਡ ਟਾਈਮ ਜਿਹੜਾ ਸੀਗਾ ਉਹ ਆਟੋਮੈਟਿਕਲੀ ਰਜਿਸਟਰ ਹੋਈ ਜਾ ਰਿਹਾ। ਤੇ ਇਹ ਅਸੀਂ ਟੋਟਲ 16 ਪੁਆਇੰਟ ਨੇ ਜੀ, ਜਿਹਦੇ ਵਿੱਚ 16 ਪੁਆਇੰਟਸ ਦੇ 64 ਕੈਮਰੇ ਲੱਗਣੇ ਨੇ। ਅਸੀਂ ਉਹਨਾਂ ਦੀ ਚੈਨ ਵੀ ਜਿਹੜੇ ਪੁਆਇੰਟਸ ਦੇ ਹਿਸਾਬ ਨਾਲ ਕੀਤੀ ਹੈ ਕਿ ਕੋਈ ਵੀ ਜਿਹੜਾ ਬੰਦਾ ਇਸ ਏਰੀਆ 'ਚ ਐਂਟਰ ਕਰਦਾ ਜਾਂ ਐਗਜ਼ਿਟ ਕਰਦਾ ਹੈ ਉਹ ਕਿਤੇ ਨਾ ਕਿਤੇ ਆਪਣੀ ਛਾਪ ਜਾਂ ਆਪਣਾ ਸਬੂਤ ਛੱਡ ਕੇ ਜਾਊਗਾ। ਇਹ ਸਰ ਟੋਟਲ 16 ਜਗ੍ਹਾ ਤੁਸੀਂ ਪੁਆਇੰਟ ਨੋਟ ਕੀਤੇ ਨੇ, ਇਹ ਜਿਹੜੇ ਨੇ ਸ਼ਹਿਰ ਦੇ ਵਿੱਚ ਨੇ ਜਾਂ ਪੂਰੇ ਜ਼ਿਲ੍ਹੇ ਦੇ ਵਿੱਚ ਉਹ ਕਰੇ? ਨਹੀਂ ਜੀ, ਜੇ ਸਟਾਰਟ ਕਰਨ ਲਈ ਅਸੀਂ ਸਬ ਡਿਵੀਜ਼ਨ ਸਿਟੀ 1 ਨੂੰ ਅਸੀਂ ਪਹਿਲਾਂ ਇਹ ਮਾਡਲ ਬਣਾਇਆ ਹੈ। ਉਸ ਦੇ ਵਿੱਚ ਸਾਡੇ ਕੋਲ ਟੋਟਲ 16 ਪੁਆਇੰਟਸ ਅਸੀਂ ਕੱਢੇ ਸੀਗੇ। ਪਹਿਲਾਂ 144 ਪੁਆਇੰਟਸ ਅਸੀਂ ਆਇਡੈਂਟੀਫਾਈ ਕੀਤੇ, ਫਿਰ ਅਸੀਂ ਓਵਰਲੈਪਿੰਗ ਕੱਟਦੇ ਹੋਏ 16 ਪੁਆਇੰਟ ਇਹੋ ਜਿਹੇ ਕਰ ਲਏ ਕਿ ਉਹਦੇ ਵਿੱਚ ਓਵਰਲੈਪਿੰਗ ਨਾ ਹੋਵੇ। ਕੋਈ ਵੀ ਬੰਦਾ ਆਊਗਾ ਤੇ ਆਟੋਮੈਟਿਕਲੀ ਜਿਹੜਾ ਹੈ ਉਹ ਆਪਣੀ ਪਛਾਣ ਦੱਸ ਕੇ ਜਾਊ। ਤੇ ਸੂਬੇ ਦੇ ਵਿੱਚ ਕਰੋਨਾ ਦੀ ਗੱਲ ਕਰੀਏ ਤਾਂ ਖਤਰਨਾਕ ਰਫ਼ਤਾਰ ਲਗਾਤਾਰ ਜਾਰੀ ਹੈ। ਪੰਜਾਬ ਦੇ ਵਿੱਚ 1 ਲੱਖ ਤੋਂ ਪਾਰ ਪਹੁੰਚ ਚੁੱਕਿਆ ਹੈ ਕਰੋਨਾ ਮਰੀਜ਼ਾਂ ਦਾ ਅੰਕੜਾ। 24 ਘੰਟੇ ਦੌਰਾਨ 2100 ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਨੇ ਤੇ ਹੁਣ ਤੱਕ ਸੂਬੇ ਦੇ ਵਿੱਚ 2900 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤਯਾਬ ਹੋਣ ਵਾਲੇ ਲੋਕਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਵੀ ਇਜ਼ਾਫਾ ਹੋਇਆ ਹੈ। 79,244 ਲੋਕ ਹੁਣ ਤੱਕ ਸਿਹਤਯਾਬ ਵੀ ਹੋ ਚੁੱਕੇ ਨੇ। 24 ਘੰਟਿਆਂ ਦੇ ਵਿੱਚ ਮੋਹਾਲੀ ਦੇ ਵਿੱਚ 237 ਨਵੇਂ ਮਰੀਜ਼ ਪਾਏ ਗਏ ਨੇ। ਲੁਧਿਆਣਾ ਦੇ ਵਿੱਚ ਗੱਲ ਕਰੀਏ 184, ਪਟਿਆਲਾ ਦੇ ਵਿੱਚ 126 ਅਤੇ ਅੰਮ੍ਰਿਤਸਰ ਦੇ ਵਿੱਚ 220 ਮਰੀਜ਼ਾਂ ਦੇ ਵਿੱਚ ਪੁਸ਼ਟੀ ਹੋਈ ਹੈ ਕਰੋਨਾ ਦੀ। ਜਲੰਧਰ ਦੇ ਵਿੱਚ 279 ਨਵੇਂ ਮਰੀਜ਼ ਜਿਹੜੇ ਨੇ ਸਾਹਮਣੇ ਆਏ ਨੇ। ਹਾਲਾਂਕਿ ਸਿਹਤਯਾਬ ਹੋਣ ਵਾਲੇ ਲੋਕਾਂ ਦੀ ਗਿਣਤੀ ਦੇ ਵਿੱਚ ਇਜ਼ਾਫਾ ਦੇਖਣ ਨੂੰ ਮਿਲ ਰਿਹਾ ਹੈ, ਪਰ ਕਿਤੇ ਨਾ ਕਿਤੇ ਕਰੋਨਾ ਦੇ ਵੱਧ ਰਹੇ ਆંકੜੇ ਇਸ ਵਕਤ ਚਿੰਤਾ ਦਾ ਆਲਮ ਜ਼ਰੂਰ ਸਾਹਮਣੇ ਲਿਆ ਰਹੇ ਨੇ। ਉਧਰ ਹੁਸ਼ਿਆਰਪੁਰ ਦੇ ਅਧੀਨ ਆਉਂਦੇ ਮੁਕੇਰੀਆਂ ਵਿਖੇ ਮਾਈਨਿੰਗ ਦਾ ਮੁੱਦਾ ਇਸ ਵਕਤ ਕਾਫੀ ਚਰਚਾ ਦੇ ਵਿੱਚ ਹੈ। ਉੱਥੇ ਦੱਸੀਏ ਕਿ ਮਾਨਯੋਗ ਹਾਈ ਕੋਰਟ ਦੇ ਫੈਸਲੇ ਦਿੰਦੇ ਹੋਏ 4 ਪੰਚਾਇਤਾਂ ਨੂੰ ਤਲਬ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਗੁਰੂ ਨਾਨਕ ਵੈਲਫੇਅਰ ਸੁਸਾਇਟੀ ਦੇ ਵੱਲੋਂ ਮੁਕੇਰੀਆਂ ਦੇ ਵਿੱਚ ਹੋ ਰਹੀ ਮਾਈਨਿੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਤੋਂ ਬਾਅਦ ਇਹਨਾਂ ਪੰਚਾਇਤਾਂ ਨੂੰ ਤਲਬ ਕੀਤਾ ਗਿਆ। ਚਾਹੁੰਦਾ ਸੀ ਕਿ ਅਸੀਂ 3 ਮਹੀਨੇ ਪਹਿਲਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਿਹੜੇ ਸਾਡੇ ਸਤਿਕਾਰਯੋਗ ਵਕੀਲ ਹੈ ਬਿਕਰਮ ਢਾਕਰਾ ਜੀ, ਉਹਨਾਂ ਦੇ ਥਰੂ ਗੁਰੂ ਨਾਨਕ ਸੇਵਾ ਸੁਸਾਇਟੀ ਦੇ ਲੈਟਰ ਪੈਡ 'ਤੇ ਆਪਾਂ ਇੱਕ ਨੋਟਿਸ ਦਿੱਤਾ ਸੀ DC ਹੁਸ਼ਿਆਰਪੁਰ ਨੂੰ, SHB ਹੁਸ਼ਿਆਰਪੁਰ ਜੀ, ਪੋਲੂਸ਼ਨ ਬੋਰਡ ਚੰਡੀਗੜ੍ਹ, ਰੂਰਲ ਡਿਪਾਰਟਮੈਂਟ ਡਾਇਰੈਕਟਰ ਚੰਡੀਗੜ੍ਹ ਅਤੇ ਮਾਈਨਿੰਗ ਅਫਸਰ ਹੁਸ਼ਿਆਰਪੁਰ ਨੂੰ। ਉੱਥੇ ਸਾਡੇ ਨੋਟ ਦੇ ਸੰਬੰਧ ਵਿੱਚ 15 ਦਿਨ ਦਾ ਨੋਟ ਸੀਗਾ, ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਉਹਦੇ ਮਤਲਬ ਹਾਈ ਕੋਰਟ ਨੇ ਸਖਤ ਨਤੀਜਾ ਦਿੰਦੇ ਹੋਏ ਕੱਲ੍ਹ ਪਰਸੋਂ ਹੀ ਪੰਜਾਬ ਸਰਕਾਰ ਨੂੰ ਨੋਟਿਸ ਕੀਤਾ ਸੰਬੰਧ ਵਿੱਚ। ਉਹਦੀ ਅੱਜ ਦੇ ਕੇਸ ਵਿੱਚ ਉਹਦੀ ਸੀਗੀ ਤਰੀਕ ਜੀ, ਉਹਦੇ ਵਿੱਚ ਇਹਨਾਂ ਸਾਰੇ ਡਿਪਾਰਟਮੈਂਟ ਜਿਹੜੇ ਉੱਥੇ ਅੱਜ ਤਲਬ ਕੀਤੇ ਆ ਜੀ, ਜਿਹੜੇ ਪਟੀਸ਼ਨ ਕਰਦਾ ਇਹ ਆਪ ਕਰਦੇ ਮਾਈਨਿੰਗ। ਮੈਂ ਤੁਹਾਡੇ ਚੈਨਲ ਥਰੂ ਚੈਲੰਜ ਕਰਦਾ ਇਹਨਾਂ ਨੂੰ ਕਿ ਜਿਹੜੇ ਮੇਰੇ ਕ੍ਰੈਸ਼ਰ ਆ ਉਹ ਦੱਸਣ, ਮੈਂ ਬੰਦ ਕਰਦਾ। ਜੋ ਮੈਨੂੰ ਸਜ਼ਾ ਸਰਕਾਰ ਦੇ ਹਾਈ ਕੋਰਟ ਦੇ ਵਿੱਚ ਝੱਲਣ ਨੂੰ ਤਿਆਰ ਹੈ। ਸੋ ਫਿਲਹਾਲ ਇਹਨਾਂ ਖਬਰਾਂ ਦੇ ਵਿੱਚ ਇੰਨੇ ਪਰ ਜਾਣ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਨਜ਼ਰ ਪਾ ਲੈਣ ਇਸ ਬੁਲੇਟਿਨ ਦੀਆਂ ਹੈਡਲਾਈਨਸ ਤੇ।
ਖੇਤੀ ਬਿੱਲਾਂ ਦੇ ਵਿਰੋਧ ਵਿੱਚ ਲਗਾਤਾਰ ਸੰਘਰਸ਼ ਦੀ ਰਾਹ ਤੇ ਕਿਸਾਨ ਅੱਜ ਤੋਂ 26 ਸਤੰਬਰ ਤੱਕ ਕੀਤਾ ਜਾਵੇਗਾ ਰੇਲ ਰੋਕੋ ਅੰਦੋਲਨ। ਯਾਤਰੀਆਂ ਦੀ ਸੁਰੱਖਿਆ ਲਈ ਫਿਰੋਜ਼ਪੁਰ ਰੇਲਵੇ ਮੰਡਲ ਨੇ ਲਿਆ ਫੈਸਲਾ, 14 ਵਿਸ਼ੇਸ਼ ਟ੍ਰੇਨਾਂ ਕੀਤੀਆਂ ਗਈਆਂ ਰੱਦ। ਕੋਵਿਡ ਪ੍ਰਬੰਧਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੀਐਮ ਨੂੰ 200 ਕਰੋੜ ਤੁਰੰਤ ਜਾਰੀ ਕਰਨ ਦੀ ਕੀਤੀ ਮੰਗ। ਰਾਹਤ ਖਰਚ ਲਈ 35% ਹੱਦ ਹਟਾਉਣ ਦੀ ਵੀ ਕੀਤੀ ਅਪੀਲ। ਕਿਹਾ ਪਰਾਲੀ ਪ੍ਰਬੰਧਨ ਲਈ ਵੀ ਚੁੱਕੇ ਜਾਣ ਢੁਕਵੇਂ ਕਦਮ। ਜਲਦ ਭਰੀਆਂ ਜਾਣਗੀਆਂ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀਆਂ 8000 ਤੋਂ ਵੱਧ ਅਸਾਮੀਆਂ। ਚੰਡੀਗੜ੍ਹ ਦੇ ਵਿੱਚ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਪੰਜਾਬ ਕੈਬਨਿਟ ਦੀ ਬੈਠਕ। ਵਿਜੀਲੈਂਸ ਕਮਿਸ਼ਨ ਬਣਾਉਣ ਦਾ ਵੀ ਕੀਤਾ ਗਿਆ ਐਲਾਨ। ਯਮੁਨਾਨਗਰ ਦੇ ਵਿੱਚ ਫਿਰ ਤੋਂ ਉੱਠੇ ਸੁਰੱਖਿਆ ਤੇ ਸਵਾਲ। ਨੌਜਵਾਨ ਨੇ ਘਰ 'ਚ ਦਾਖਲ ਹੋ ਕੇ ਮਹਿਲਾ ਦੀ ਕੀਤੀ ਬੁਰੀ ਤਰ੍ਹਾਂ ਕੁੱਟਮਾਰ। ਜ਼ਖਮੀ ਹਾਲਤ ਵਿੱਚ ਮਹਿਲਾ ਨੂੰ ਹਸਪਤਾਲ ਕਰਵਾਇਆ ਗਿਆ ਦਾਖਲ। ਕੁੱਟਮਾਰ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਹੋਈਆਂ ਕੈਦ। ਤੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਅਸਤੀਫਾ ਦੇਣ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਬਾਦਲ ਅਤੇ ਸਾਂਸਦ ਸੁਖਬੀਰ ਸਿੰਘ ਬਾਦਲ ਅੱਜ ਪਹੁੰਚਣਗੇ ਪੰਜਾਬ ਤੱਕ। ਸ਼੍ਰੀ ਦਮਦਮਾ ਸਾਹਿਬ ਵਿਖੇ ਹੋਣਗੇ ਨਤਮਸਤਕ। ਅਕਾਲੀ ਲੀਡਰਸ਼ਿਪ ਵੱਲੋਂ ਕੀਤਾ ਜਾਵੇਗਾ ਭਰਵਾਂ ਸਵਾਗਤ। ਸੋ ਫਿਲਹਾਲ ਇਹਨਾਂ ਖਬਰਾਂ ਦੇ ਵਿੱਚ ਇਹ ਨਹੀਂ। ਜੇਕਰ ਤੁਹਾਡੇ ਕੋਲ ਇਸ ਬਾਬਤ ਕੋਈ ਵੀ ਸੁਝਾਅ ਜਾਂ ਜਾਣਕਾਰੀ ਹੈ ਤਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ news@fastway.in ਤੇ। ਇਸ ਤੋਂ ਇਲਾਵਾ ਤੁਸੀਂ ਸਾਨੂੰ ਆਨਲਾਈਨ ਵੀ ਦੇਖ ਸਕਦੇ ਹੋ www.fastway.in ਤੇ ਹੁਣ ਮੈਨੂੰ ਇਜਾਜ਼ਤ। ਧੰਨਵਾਦ।